ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵਿੱਚ ਵਾਧੂ ਲਗਾ ਮਾਤਰਾਵਾਂ ਲਗਾ ਕੇ ਸਰੂਪ ਛਾਪਣ ਦਾ ਅਹਿਮ ਤੇ ਗੰਭੀਰ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਹੈ, ਜਿਸ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਥਕ ਇਕੱਠ ਸੱਦਿਆ ਗਿਆ ਹੈ। ਇਸ ਪੰਥਕ ਇਕੱਠ ਦੇ ਵਿੱਚ ਦੇਸ਼ ਹੀ ਨਹੀਂ ਵਿਦੇਸ਼ ਦੀਆਂ ਵੀ ਸਿੱਖ ਜਥੇਬੰਦੀਆਂ ਸਿੱਖ ਨੁਮਾਇੰਦੇ ਜਿਹੜੇ ਨੇ ਉਹ ਸ਼ਮੂਲੀਅਤ ਕਰ ਰਹੇ ਨੇ। ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ, ਜਿੱਥੇ 10 ਵਜੇ ਦੇ ਕਰੀਬ ਪੰਥਕ ਇਕੱਠ ਜਿਹੜਾ ਉਸ ਦੀ ਸ਼ੁਰੂਆਤ ਹੋਵੇਗੀ। ਜਿੰਨੀਆਂ ਵੀ ਜਥੇਬੰਦੀਆਂ ਨੇ, ਜਥੇਬੰਦੀਆਂ ਦੇ ਮੁਖੀ ਸਹਿਬਾਨ, ਭਾਵੇਂ ਉਹ ਨਿਹੰਗ ਸਿੰਘ ਜਥੇਬੰਦੀਆਂ ਨੇ, ਸੰਤ ਸਮਾਜ ਹੈ, ਉੱਗੀਆਂ ਸ਼ਖਸੀਅਤਾਂ ਨੇ, ਪੰਥਕ ਸ਼ਖਸੀਅਤਾਂ, ਉਹ ਸ਼ਮੂਲੀਅਤ ਕਰਨਗੀਆਂ ਤੇ ਆਪਣੇ ਵਿਚਾਰ ਰੱਖਣਗੀਆਂ। ਅਮਰੀਕਾ ਨਿਵਾਸੀ ਧਰਮਿੰਦਰ ਸਿੰਘ ਆਨੰਦ ਵੱਲੋਂ ਬੀਤੇ ਦਿਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਨਾਲ, ਪਾਵਨ ਗੁਰਬਾਣੀ ਦੇ ਨਾਲ ਛੇੜਛਾੜ ਕੀਤੀ ਗਈ ਸੀ, ਜਿਸ ਦਾ ਸਖਤ ਨੋਟਿਸ ਲਿਆ ਗਿਆ ਕਿ ਆਉਣ ਵਾਲੇ ਭਵਿੱਖ 'ਚ ਅਜਿਹੀਆਂ ਗਲਤੀਆਂ ਨਾ ਹੋਣ ਜਾਂ ਅਜਿਹੀਆਂ ਗਲਤੀਆਂ ਦੇ ਖਮਿਆਜ਼ੇ ਜਿਹੜਾ ਉਹ ਸਿੱਖ ਕੌਮ ਨੂੰ ਨਾ ਜਿਹੜੇ ਭੁਗਤਣੇ ਪੈਣ। ਇਸ ਦੇ ਮੱਦੇਨਜ਼ਰ ਅੱਜ ਬਹੁਤ ਅਹਿਮ ਤੇ ਜਿਹੜਾ ਗੰਭੀਰ ਮਸਲੇ ਦੇ ਉੱਪਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਇਕੱਠ ਦੀ ਇਕੱਤਰਤਾ ਹੈ। ਬਹੁਤ ਅਹਿਮ ਮਸਲੇ ਅੱਜ ਇਸ ਇਕੱਠ ਦੇ ਵਿੱਚ ਵਿਚਾਰੇ ਜਾਣ ਦੀ ਸੰਭਾਵਨਾ ਹੈ ਤੇ ਵਾਕਿਆ ਹੀ ਇਹ ਮਸਲਾ ਵੀ ਬਹੁਤ ਜ਼ਿਆਦਾ ਗੰਭੀਰ ਹੈ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਨਾਲ ਜਿਹੜੀ ਛੇੜਛਾੜ ਹੈ ਉਸ ਨੂੰ ਕਦੇ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਤੇ ਖਾਸ ਤੌਰ ਤੇ ਅੱਜ ਦੇ ਆਧੁਨਿਕ ਯੁੱਗ ਦੀ ਗੱਲ ਕੀਤੀ ਜਾਵੇ ਤੇ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਦਾ ਪੂਰਾ ਦੌਰ ਹੈ, ਅਸੀਂ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਆਪਣੇ ਮੋਬਾਈਲ ਦੇ ਵਿੱਚ ਪ੍ਰਾਪਤ ਕਰ ਸਕਦੇ ਹਾਂ ਤੇ ਇਸ ਦੇ ਵਿੱਚ PDF ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵੀ ਜਿਹੜਾ ਉਹ ਹਰ ਇੱਕ ਦੇ ਮੋਬਾਈਲ ਦੇ ਵਿੱਚ ਜਿਹੜੀ ਹੈ ਉਹ ਮੌਜੂਦ ਹੈ। ਇਸ ਦੇ ਵਿੱਚ ਵੀ ਜਿਹੜਾ ਕੋਈ ਜਿਹੜੀਆਂ ਤਬਦੀਲੀਆਂ ਜਿਹੜੀਆਂ ਉਹ ਨਾ ਹੋ ਸਕਣ, ਇਸ ਦੇ ਪ੍ਰਤੀ ਵੀ ਅੱਜ ਕਈ ਗੰਭੀਰ ਅਹਿਮ ਮਸਲਿਆਂ ਤੇ ਵਿਚਾਰ ਜਿਹੜੀ ਉਹ ਹੋਵੇਗੀ। ਸੋ ਲਗਾਤਾਰ 10 ਵਜੇ ਤੋਂ ਲੈ ਕੇ ਜਿੰਨਾ ਸਮਾਂ ਵੀ ਜਿਹੜੀ ਇਹ ਮੀਟਿੰਗ ਚੱਲਦੀ ਹੈ, ਇਸ ਦੇ ਪ੍ਰਤੀ ਕੀ ਜਿਹੜੇ ਸਿੱਟੇ ਸਾਹਮਣੇ ਨਿਕਲ ਕੇ ਆਉਂਦੇ ਨੇ, ਪਲ ਪਲ ਦੀ ਅਪਡੇਟ ਵੀ ਅਸੀਂ ਤੁਹਾਨੂੰ ਦਿੰਦੇ ਰਵਾਂਗੇ। ਪਰ ਇਸ ਤੋਂ ਪਹਿਲਾਂ ਅੱਜ ਇਸ ਮੀਟਿੰਗ ਤੋਂ ਸ਼ੁਰੂ ਹੋਣ ਤੋਂ ਪਹਿਲਾਂ ABP ਸਾਂਝਾ ਦੇ ਮਾਧਿਅਮ ਰਾਹੀਂ ਅੱਜ ਦੀ ਇਸ ਜੋ ਮੀਟਿੰਗ ਹੈ, ਪੰਥਕ ਇਕੱਠ ਹੈ, ਇਸ ਦੇ ਪਿੱਛੇ ਇਸ ਦੇ ਇਤਿਹਾਸਕ ਪਿਛੋਕੜ ਬਾਰੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਛੇੜਛਾੜ ਹੋਈ ਹੈ। ਧਰਮਿੰਦਰ ਸਿੰਘ ਆਨੰਦ ਅਮਰੀਕਾ ਨਿਵਾਸੀ ਵੱਲੋਂ ਹਾਲਾਂਕਿ ਲਿਖਤੀ ਰੂਪ ਦੇ ਵਿੱਚ ਕਿਸੇ ਤਰ੍ਹਾਂ ਦੀ ਮੁਆਫੀ ਨਹੀਂ ਮੰਗੀ ਗਈ ਤੇ ਆਪਣੇ ਜਿਹੜੇ ਤਰਕ ਨੇ ਉਹ ਦਿੱਤੇ ਜਾ ਰਹੇ ਨੇ। ਪਰ 1604 ਈਸਵੀ, ਕਿਉਂਕਿ ਤਸਵੀਰਾਂ ਤੇ ਤੁਸੀਂ ਦੇਖ ਰਹੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਮਹਾਨ ਇਤਿਹਾਸਕ ਅਸਥਾਨ ਨੂੰ, ਜਿਸ ਪਾਵਨ ਅਸਥਾਨ ਤੇ 1604 ਈਸਵੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ। ਸਿੱਖਾਂ ਦੇ ਵਿੱਚ ਇਸ ਮਹਾਨ ਅਸਥਾਨ ਦੇ ਪ੍ਰਤੀ ਵਿਸ਼ੇਸ਼ ਆਸਥਾ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ। 1604 ਈਸਵੀ ਤੋਂ ਲੈ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਤੇ ਉਸ ਤੋਂ ਬਾਅਦ ਅੱਜ ਤੱਕ ਸਮੁੱਚਾ ਸਿੱਖ ਪੰਥ, ਜਾਂ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਦੋਂ ਸੰਪਾਦਨਾ ਹੋਈ, ਸੰਪਾਦਨਾ ਤੋਂ ਬਾਅਦ ਜਿਹੜੀਆਂ ਮੌਲਿਕ ਬੀੜਾਂ ਨੇ ਜਾਂ ਉਹਨਾਂ ਦੀ ਛਪਾਈ ਦਾ ਕਾਰਜ, ਹੱਥ ਲਿਖਤ ਬੀੜਾਂ ਜਿਹੜੀਆਂ ਕਿਵੇਂ ਤਿਆਰ ਹੁੰਦੀਆਂ ਸਨ ਤੇ ਕਿਵੇਂ ਇਹ ਕਾਰਜ ਜਿਹੜਾ ਇੱਥੇ ਪਹੁੰਚਦਿਆਂ ਅੱਜ ਇਸ ਜਿਹੜੀ ਇਹ ਨੌਬਤ ਆਈ ਹੈ। ਸੋ ਇਸ ਦੇ ਸਾਰੇ ਜਿਹੜੇ ਮਸਲੇ ਦੇ ਬਾਰੇ ਵਿਚਾਰ ਚਰਚਾ ਕਰਨ ਦੇ ਲਈ ਬਹੁਤ ਹੀ ਅਹਿਮ ਸ਼ਖਸੀਅਤ ਤਲਵਿੰਦਰ ਸਿੰਘ ਬੁੱਟਰ, ਜਿਹੜੇ ਪੰਥਕ ਮਸਲਿਆਂ ਤੇ ਵਿਸ਼ੇਸ਼ ਪਕੜ ਰੱਖਦੇ ਨੇ, ਕਾਲਮਨਿਵੀਸ ਨੇ, ਤੇ ਉਹਨਾਂ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਦੇ ਸੰਦਰਭ 'ਚ ਰਹਿ ਕੇ ਕਰਾਂਗੇ। ਬੁੱਟਰ ਸਾਹਿਬ, ਸਭ ਤੋਂ ਪਹਿਲਾਂ ਆਪ ਜੀ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਮੈਂ ਜ਼ਿਕਰ ਕੀਤਾ ਕਿ ਅੱਜ ਇੱਕ ਅਹਿਮ ਤੇ ਗੰਭੀਰ ਮਸਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਇਕੱਤਰਤਾ ਹੈ ਤੇ ਵੱਡੀਆਂ ਸ਼ਖਸੀਅਤਾਂ ਸ਼ਮੂਲੀਅਤ ਕਰ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਕੀਤੀ ਜਾਵੇ ਤੇ ਬਹੁਤ ਤੁਹਾਡੀ ਵੀ ਇਸ ਤੇ ਜਿਹੜੀ ਪਕੜ ਹੈ, ਤੁਸੀਂ ਵੀ ਇਸ ਦੇ ਬਾਰੇ ਜਿਹੜਾ ਖੋਜ ਵੀ ਕੀਤੀ ਹੈ। ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗਾ ਕਿ ਜਿਹੜੀਆਂ ਮੌਲਿਕ ਬੀੜਾਂ ਨੇ ਉਹਨਾਂ ਦਾ ਇਤਿਹਾਸ ਕੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਮੌਲਿਕ ਬੀੜਾਂ। ਹਾਂਜੀ ਬਿਲਕੁਲ ਪਰਮਜੀਤ ਜੀ, ਦੇਖੋ ਸਭ ਤੋਂ ਪਹਿਲਾਂ ਤੇ ਇਹ ਗੱਲ ਜਿਹੜੀ ਆ ਕਲੀਅਰ ਕਰਨ ਦੀ ਲੋੜ ਆ ਕਿ ਜਿਹੜਾ ਦੁਨੀਆ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਧਰਮ ਗ੍ਰੰਥ ਨੇ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੁਨੀਆ ਦੇ ਇਤਿਹਾਸ 'ਚ ਇਹੋ ਜਿਹੀ ਬੇਨਜ਼ੀਰ ਘਟਨਾ ਆ ਕਿ ਇੱਕੋ ਇੱਕ ਦੁਨੀਆ ਦਾ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ, ਜਿਨ੍ਹਾਂ ਨੂੰ ਜਾਗਤ ਜੋਤ ਰੂਪ ਦੇ ਵਿੱਚ ਗੁਰੂ ਜੋਤ ਦੀ ਜਿਹੜੀ ਆ ਉਹ ਗੁਰਤਾ ਮਿਲੀ ਹੋਈ ਆ। ਔਰ ਦੂਸਰੀ ਸਭ ਤੋਂ ਅਹਿਮ ਗੱਲ ਇਸ ਦੀ ਸੰਪਾਦਨਾ ਪੱਖ ਦੀ ਇਹ ਆ ਕਿ ਇੱਕ ਬਾਕੀ ਵੱਖ-ਵੱਖ ਧਰਮਾਂ ਦੇ ਜਿਹੜੇ ਪਵਿੱਤਰ ਧਰਮ ਗ੍ਰੰਥ ਨੇ
ਉਹ ਉਹਨਾਂ ਦੇ ਰਹਿਬਰਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਮਗਰਲੇ ਜਿਹੜੇ ਆ ਧਾਰਮਿਕ ਲਿਖਾਰੀ ਜਾਂ ਵਿਦਵਾਨ ਉਹਨਾਂ ਨੇ ਲਿਖੇ ਆ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਧਰਮ ਗ੍ਰੰਥ ਨੇ ਜਿਹੜੇ ਸਿੱਖ ਧਰਮ ਦੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਖੁਦ ਉਹਨਾਂ ਦੀ ਸੰਪਾਦਨਾ ਕੀਤੀ ਆ, ਆਪਣੇ ਮੁਖਾਰਬਿੰਦ ਚੋਂ ਖੁਦ ਪਵਿੱਤਰ ਬਾਣੀ ਜਿਹੜੀ ਲਿਖੀ ਆ। ਔਰ ਇਸ ਦੇ ਨਾਲ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਤਾਂ ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਨਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਕਲਮਬੱਧ ਹੀ ਕਰਵਾਇਆ, ਬਲਕਿ ਨਾਲ ਨਾਲ ਵਾਚਦੇ ਵੀ ਰਹੇ ਤੇ ਉਸ ਦੀ ਸੁਧਾਈ ਵੀ ਕਰਦੇ ਰਹੇ। ਇਸ ਦਾ ਪ੍ਰਮਾਣ ਗੁਰਬਾਣੀ ਦੇ ਵਿੱਚ ਕਈ ਵਾਰ ਥਾਂ ਥਾਂ ਲਿਖਿਆ ਮਿਲਦਾ, ਸੁੱਧ ਤੇ ਸੁੱਧ ਕੀਚੇ। ਗੁਰਬਾਣੀ ਵੱਖ-ਵੱਖ ਗੁਰਬਾਣੀਆਂ ਦੇ ਅਖੀਰ ਦੇ ਵਿੱਚ ਸੁੱਧ ਕੀਚੇ ਜਾਂ ਸੁੱਧ ਸ਼ਬਦ ਜਿਹੜਾ ਉਹ ਲਿਖਿਆ ਮਿਲਦਾ, ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰੂ ਸਾਹਿਬ ਸੁਚੇਤ ਰੂਪ ਦੇ ਵਿੱਚ ਨਾਲੋਂ ਨਾਲ ਗੁਰਬਾਣੀ ਦੀ ਸੁਧਾਈ ਕਰਕੇ ਤੇ ਉਸ ਦੀ ਜਿਹੜੀ ਆ ਉਹ ਆਪਣਾ ਜਿਹੜਾ ਮੁਕੰਮਲਤਾ ਜਿਹੜੀ ਉਹਨੂੰ ਪ੍ਰੂਫ ਰੀਡਿੰਗ ਪੱਖੋਂ ਦਿੰਦੇ ਰਹੇ ਆ। ਔਰ ਇਸ ਤੋਂ ਇਲਾਵਾ ਜਿਹੜੀ ਆ ਗੁਰੂ ਸਾਹਿਬ ਪਵਿੱਤਰ ਬਾਣੀ ਦੇ ਵਿੱਚ ਹੀ ਇਹ ਵੀ ਬਚਨ ਕਰ ਗਿਆ ਕਿ ਜਿਹੜੇ ਗੁਰਬਾਣੀ ਜਿਹੜੀ ਆ ਉਹ ਜੋ ਜਿਵੇਂ ਜਿਵੇਂ ਲਿਖੀ ਆ ਉਵੇਂ ਹੀ ਗਾਉਣੀ ਆ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ। ਜਿਵੇਂ ਤੁਸੀਂ ਜ਼ਿਕਰ ਕੀਤਾ ਸ਼ੁਰੂਆਤੀ ਦੌਰ ਦੇ ਵਿੱਚ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਐਸੀ ਮਿਸਾਲ ਜਿਹੜੀ ਉਹ ਕਿਧਰੇ ਨਹੀਂ ਮਿਲਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿੱਖ ਆਪਣਾ ਇਸ਼ਟ ਮੰਨਦੇ ਨੇ, ਗੁਰੂ ਮੰਨਦੇ ਨੇ। ਪਰ ਜੇਕਰ ਮੈਂ ਇਤਿਹਾਸਕ ਦੌਰ ਦੀ ਗੱਲ ਕਰਾਂ, ਸ਼ੁਰੂਆਤੀ ਦਿਨਾਂ ਦੀ ਗੱਲ ਕਰਾਂ, ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੁੰਦੀ ਹੈ, ਸੰਪਾਦਨਾ ਹੋਣ ਤੋਂ ਬਾਅਦ ਜੇਕਰ ਛਪਾਈ ਦੀ ਗੱਲ ਕੀਤੀ ਜਾਵੇ, ਕਿਉਂਕਿ ਉਦੋਂ ਕਿੰਨੇ ਸਰੂਪ ਸੀ ਤੇ ਛਪਾਈ ਤੋਂ ਬਾਅਦ ਦਸਮ ਪਾਤਸ਼ਾਹ ਵੇਲੇ ਤੱਕ ਇਹ ਕਿੰਨੇ ਸਰੂਪ ਸੀ, ਤੇ ਉਸ ਤੋਂ ਬਾਅਦ ਹੱਥ ਲਿਖਤ ਬੀੜਾਂ ਦਾ ਜ਼ਿਕਰ ਬਹੁਤ ਜ਼ਿਆਦਾ ਪੰਥ ਦੇ ਵਿੱਚ ਆਉਂਦਾ ਹੈ। ਮੈਂ ਚਾਹਾਂਗਾ ਉਸ ਦੇ ਬਾਰੇ ਵੀ ਜ਼ਰੂਰ ਜਿਹੜਾ ਉਹ ਚਾਨਣਾ ਪਾਇਆ ਜਾਵੇ। ਪਰਮਜੀਤ ਜੀ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਪੱਖ ਦੀ ਜਿਹੜੀ ਇੱਕ ਵਿਲੱਖਣ ਕਲਾ ਆ ਉਹ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਲਿਖੇ ਗਏ ਆ ਉਹ ਹੱਥ ਲਿਖਤ ਲਿਖੇ ਗਏ ਆ। ਇੱਕ ਵਿਸ਼ੇਸ਼ ਤੌਰ ਤੇ ਪਵਿੱਤਰਤਾ ਤੇ ਮਰਿਆਦਾ ਨੂੰ ਮੁੱਖ ਰੱਖ ਕੇ ਕਲਮ, ਸਿਆਹੀ, ਕਾਗਜ਼ ਆਦਿ ਦੀ ਸਾਰੀ ਕੁਝ ਜਿਹੜਾ ਗੁਰੂ ਸਾਹਿਬ ਨੇ ਉਸ ਵੇਲੇ ਵਿਸ਼ੇਸ਼ ਪ੍ਰਕਿਰਿਆ ਅਪਣਾਈ ਔਰ ਹੱਥ ਲਿਖਤ ਦੇ ਨਾਲ ਨਾਲ ਲੜੀਵਾਰ ਨੇ। ਇਹਦੀ ਸਾਰੀ ਗੁਰਬਾਣੀ ਜਿਹੜੀ ਆ ਉਹ ਇੱਕ ਦੂਜੇ ਅੱਖਰਾਂ ਨਾਲ ਜੁੜਵੀਂ ਆ। ਉਸ ਨੂੰ ਸੰਥਿਆ ਦੇ ਵਿੱਚ ਪਦਛੇਦ ਰੂਪ ਦੇ ਵਿੱਚ ਮੌਖਿਕ ਤੌਰ ਤੇ ਕਰਵਾ ਕੇ ਤੇ ਉਸ ਦੀ ਉਚਾਰਨ ਕਰਵਾਇਆ ਜਾਂਦਾ ਸੀਗਾ। ਮੁੱਢਲੇ ਰੂਪ ਦੇ ਵਿੱਚ ਜਿਹੜੀ ਪੰਥ ਦੇ ਕੋਲ ਪ੍ਰਚਲਿਤ ਮੌਲਿਕ ਬੀੜਾਂ ਉਹ 3 ਪ੍ਰਕਾਰ ਦੀਆਂ ਮਿਲਦੀਆਂ ਨੇ। ਸਭ ਤੋਂ ਪਹਿਲੀ ਕਰਤਾਰਪੁਰੀ ਬੀੜ ਹੈ, ਜਿਸ ਦੀ ਸੰਪਾਦਨਾ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1661 ਦੇ ਵਿੱਚ ਆਰੰਭ ਕਰਕੇ 1604 ਦੇ ਵਿੱਚ ਸੰਪੂਰਨ ਕੀਤਾ। ਉਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਪਾਵਨ ਬੀੜ ਦਾ ਪ੍ਰਕਾਸ਼ ਕੀਤਾ। ਉਸ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਜਾਂ ਪੋਥੀ ਸਾਹਿਬ ਉਸ ਵੇਲੇ ਕਹਿ ਲਿਆ ਗਿਆ ਸੀ ਜਦੋਂ ਪ੍ਰਕਾਸ਼ ਕੀਤਾ ਸੀਗਾ। ਪੋਥੀ ਪਰਮੇਸ਼ਰ ਕਾ ਥਾਨ ਜਿਹੜਾ ਗੁਰਬਾਣੀ 'ਚ ਸ਼ਬਦ ਵੀ ਆਉਂਦਾ ਆ। ਉਹ ਪਾਵਨ ਬੀੜ ਜਿਹੜੀ ਆ ਉਹ ਬਾਅਦ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜਦੋਂ ਅੰਮ੍ਰਿਤਸਰ ਤੋਂ ਗਏ ਆਪਣੇ ਨਾਲ ਲੈ ਗਏ ਸੀਗੇ ਕਰਤਾਰਪੁਰ ਉੱਤੇ, ਉਸ ਤੋਂ ਬਾਅਦ ਜਿਹੜੇ ਧੀਰਮਲ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਸੀਗਾ ਧੀਰਮਲ, ਉਸਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜੀ ਗੁਰਤਾ ਮਿਲ ਗਈ, ਪਰ ਧੀਰਮਲ ਨੇ ਜਿਹੜੀ ਆ ਗੁਰਤਾ ਨਾ ਮਿਲਣ ਦੇ ਰੋਸ ਵਜੋਂ ਉਸ ਪਾਵਨ ਬੀੜ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਉਹ ਕਰਤਾਰਪੁਰੀ ਬੀੜ ਅਖਵਾਉਂਦੀ ਅੱਜ ਵੀ ਉਹ ਕਰਤਾਰਪੁਰ ਧੀਰਮਲ ਦੇ ਵਾਰਸਾਂ ਦੇ ਪਾਸ ਮੌਜੂਦ ਹੈ। ਸਾਲ ਦੇ ਵਿੱਚ ਇੱਕ ਵਾਰ ਉਹ ਪਵਿੱਤਰ ਦਰਸ਼ਨ ਸੰਗਤ ਨੂੰ ਕਰਾਉਂਦੇ ਆ। ਆਖਿਆ ਜਾਂਦਾ ਹੈ ਕਿ ਉਹ ਪਾਵਨ ਬੀੜ ਜਿਹੜੀ ਕਾਫੀ ਬਿਰਧ ਅਵਸਥਾ ਵਿੱਚ ਆ। ਉਹਨਾਂ ਨੇ ਉਸ ਦਾ ਕੋਈ ਉਤਾਰਾ ਵੀ ਕੀਤਾ ਹੋਇਆ, ਪਰ ਜਿਹੜੀ ਮੌਲਿਕ ਬੀੜ ਆ ਅਸਲ ਬੀੜ ਆ ਉਹ ਵੀ ਮੌਜੂਦ ਹੈ। ਉਸ ਤੋਂ ਇਲਾਵਾ ਦੂਜੀ ਬੀੜ ਭਾਈ ਬੰਨੋ ਕੀ ਬੀੜ ਅਖਵਾਈ ਜਾਂਦੀ ਆ, ਜਿਹੜੀ ਪਾਕਿਸਤਾਨ ਦੇ ਵਿੱਚ ਜਿਹੜਾ ਗੁਜਰਾਤ ਸ਼ਹਿਰ ਆ ਉਹ ਉਸਦੇ ਜਿਹੜੇ ਦਾ ਰਹਿਣ ਵਾਲਾ ਇੱਕ ਭਾਈ ਬੰਨੋ ਸੀਗਾ। ਉਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਆਦਿ ਬੀੜ ਲਿਖੀ ਸੀਗੀ, ਜਿਹਨੂੰ ਆਪਾਂ ਕਰਤਾਰਪੁਰੀ ਬੀੜ ਦਾ ਜ਼ਿਕਰ ਕਰ ਲਿਆ, ਉਹ ਜਦੋਂ ਆਦਿ ਬੀੜ ਲਿਖੀ ਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਭਾਈ ਬੰਨੋ ਨੂੰ ਕਿ ਤੁਸੀਂ ਜਿਹੜੀ ਇਸ ਆਦਿ ਬੀੜ ਦੀ ਜਿਲਦ ਲਾਹੌਰ ਤੋਂ ਕਰਵਾ ਕੇ ਲਿਆਓ। ਭਾਈ ਬੰਨੋ ਬੜਾ ਵਿਦਵਾਨ ਵੀ ਸੀ, ਬੜਾ ਜਿਹੜਾ ਅੱਖਰ ਗਿਆਨ ਦਾ ਬੜਾ ਬੋਧੀ ਵੀ ਸੀਗਾ ਔਰ ਬੜਾ ਗੁਰਬਾਣੀ ਦਾ ਗਿਆਤਾ ਵੀ ਸੀ। ਉਸ ਦੇ ਮਨ ਦੇ ਵਿੱਚ ਵਿਚਾਰ ਆਇਆ ਕਿਉਂ ਨਾ ਇਸ ਬੀੜ ਦਾ ਇੱਕ ਉਤਾਰਾ ਕਰ ਲਿਆ ਜਾਵੇ। ਉਸਨੇ ਗੁਰੂ ਅਰਜਨ ਦੇਵ ਜੀ ਦੀ ਆਗਿਆ ਤੋਂ ਬਗੈਰ ਹੀ ਜਿਹੜੀ ਜਦੋਂ ਲਾਹੌਰ ਤੋਂ ਜਿਲਦਬੰਦੀ ਕਰਵਾਉਣ ਗਿਆ ਸੀਗਾ ਪਾਵਨ ਬੀੜ ਦੀ, ਉਸ ਵੇਲੇ ਉਸਦਾ ਇੱਕ ਉਤਾਰਾ ਕਰ ਲਿਆ। ਜਦੋਂ ਵਾਪਸ ਆਇਆ ਗੁਰੂ ਅਰਜਨ ਦੇਵ ਜੀ ਦੇ ਪਾਸ ਉਸਨੇ 2 ਬੀੜਾਂ ਜਿਹੜੀਆਂ ਉਹ ਪ੍ਰਕਾਸ਼ਮਾਨ ਕਰ ਦਿੱਤੀਆਂ।
ਗੁਰੂ ਅਰਜਨ ਦੇਵ ਜੀ ਹੈਰਾਨ ਜ਼ਰੂਰ ਹੋਏ, ਪਰ ਉਹਨਾਂ ਨੇ ਕੋਈ ਜਿਹੜੀ ਆ ਉਹ ਉਸ ਦਾ ਗੁੱਸਾ ਨਹੀਂ ਕੀਤਾ। ਪਰ ਗੁਰੂ ਅਰਜਨ ਦੇਵ ਜੀ ਨੇ ਜਦੋਂ ਪਾਵਨ ਬੀੜ ਦੇਖੀ ਤਾਂ ਉਸ ਦੇ ਵਿੱਚ ਨਾ ਕੁਝ ਜਿਹੜੀ ਬਾਣੀ ਆ ਉਹ ਵੱਧ ਵੀ ਦਰਜ ਕੀਤੀ ਮਿਲਦੀ ਸੀਗੀ, ਜਿਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਖਾਰੀ ਬੀੜ ਦਾ ਦਰਜਾ ਦੇ ਕੇ ਇਹ ਪੰਥ ਨੂੰ ਆਗਿਆ ਕੀਤੀ ਕਿ ਇਸ ਪਾਵਨ ਬੀੜ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਉਸ ਬੀੜ ਦਾ ਅਜੇ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਗੁਜਰਾਤ ਸ਼ਹਿਰ ਆ ਉਹਦੇ ਨੇੜੇ ਜਿਹੜਾ ਉਹਨਾਂ ਦਾ ਭਾਈ ਬੰਨੋ ਦਾ ਪਿੰਡ ਆ, ਉੱਥੇ ਉਹ ਅੱਜ ਵੀ ਦੱਸਿਆ ਜਾਂਦਾ ਕਿ ਉਹ ਪਾਵਨ ਬੀੜ ਉੱਥੇ ਸ਼ੋਭਿਤ ਹੈ। ਉਸ ਤੋਂ ਇਲਾਵਾ ਤੀਜੀ ਬੀੜ ਜਿਹੜੀ ਆ ਉਹ ਦਮਦਮੀ ਬੀੜ ਅਖਾਉਂਦੀ, ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸੰਸਾਰਕ ਜੀਵਨ ਦੇ ਅੰਤਲੇ ਸਮੇਂ 'ਚ ਆਨੰਦਪੁਰ ਸਾਹਿਬ ਤੋਂ ਜਦੋਂ ਕਿਲਾ ਛੱਡਣ ਤੋਂ ਬਾਅਦ ਜਿਹੜਾ ਪੜਾਦਰ ਪੜਾ ਜੰਗਾ ਜਿੱਦਾਂ ਕਰਦੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਉਹਨਾਂ ਨੇ ਜਾ ਕੇ ਵਿਸ਼ਰਾਮ ਕੀਤਾ। ਉੱਥੇ ਉਹਨਾਂ ਨੇ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਪਾਵਨ ਬੀੜ ਦੀ ਜਿਹੜੀ ਆ ਸੰਪਾਦਨਾ ਦੁਬਾਰਾ ਕਰਵਾਈ। ਇਹ ਵੀ ਕੁਝ ਇਤਿਹਾਸਕਾਰ ਕਹਿੰਦੇ ਕਿ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਕਰਤਾਰਪੁਰੀ ਪਾਵਨ ਬੀੜ ਆ ਮਾਫ ਕਰਨਾ ਕਰਤਾਰਪੁਰੀ ਪਾਵਨ ਬੀੜ ਜਿਹੜੀ ਆ ਉਹ ਲਿਆਉਣ ਲਈ ਜਿਹੜੀ ਸਿੰਘਾਂ ਨੂੰ ਧੀਰਮਲ ਦੇ ਕੋਲ ਉਹਦੇ ਵਾਰਸਾਂ ਦੇ ਕੋਲ ਭੇਜਿਆ ਸੀ ਕਰਤਾਰਪੁਰ, ਪਰ ਉਹਨਾਂ ਨੇ ਕਹਿੰਦੇ ਆ ਕਿ ਉਹ ਪਾਵਨ ਬੀੜ ਦੇਣ ਤੋਂ ਇਨਕਾਰ ਕਰਤਾ। ਇਹ ਕਹਿਤਾ ਕਿ ਜੇ ਤੁਹਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜਾਣੀ ਜਾਣ ਨੇ ਸਰਬ ਕਲਾ ਸਮਰੱਥ ਨੇ ਤੇ ਆਪਣੇ ਪਾਵਨ ਮੁਖਾਰਬਿੰਦ ਚੋਂ ਦੁਬਾਰਾ ਵੀ ਬਾਣੀ ਉਚਾਰ ਲੈਣ। ਤਾਂ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਾਵਨ ਮੁਖਾਰਬਿੰਦ ਚੋਂ ਆਪਣੀ ਦੂਰ ਦ੍ਰਿਸ਼ਟੀ ਦੇ ਨਾਲ ਅਗੰਮੀ ਦ੍ਰਿਸ਼ਟੀ ਦੇ ਨਾਲ ਗੁਰਬਾਣੀ ਦੁਬਾਰਾ ਉਚਾਰਨ ਕੀਤੀ। ਔਰ ਇਸ ਤੋਂ ਇਲਾਵਾ ਜਿਹੜੀ ਗੁਰੂ ਆਦ ਬੀੜ ਤੋਂ ਵਧੇਕ ਜਿਹੜਾ ਉਸ ਪਾਵਨ ਦਮਦਮੀ ਬੀੜ ਦੇ ਵਿੱਚ ਜਿਹੜੀ ਪਾਵਨ ਬੀੜ ਆ ਉਹਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਤੇ ਸ਼ਲੋਕ ਤੇ ਇਸ ਤੋਂ ਇਲਾਵਾ ਜਿਹੜੇ ਆ ਇੱਕ 31ਵਾਂ ਰਾਗ ਜਿਹੜਾ 30 ਰਾਗ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਆ ਉਹ ਕਲਮਬੱਧ ਕੀਤੇ ਸੀ। ਔਰ ਇੱਕ ਰਾਗ ਜਿਹੜਾ ਵੱਧ ਜਿਹੜਾ ਵਾ ਉਹ ਜੈ ਜੈਵੰਤੀ ਰਾਗ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਵਿੱਚ ਦਰਜ ਕੀਤਾ। ਔਰ ਇਸ ਪਾਵਨ ਬੀੜ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਨਾਂਦੇੜ ਲੈ ਕੇ ਉੱਥੇ ਇਸੇ ਪਾਵਨ ਬੀੜ ਨੂੰ ਗੁਰਤਾ ਮਿਲੀ। ਸੋ ਲਗਾਤਾਰ ਇੱਕ ਅਹਿਮ ਮਸਲੇ ਤੇ ਵਿਚਾਰ ਜਿਹੜੀ ਉਹ ਚੱਲ ਰਹੀ ਹੈ ਤੇ ਬ੍ਰੇਕ ਤੋਂ ਬਾਅਦ ਜਿਹੜਾ ਗੱਲ ਕਰਾਂਗੇ ਕਿ ਇਹ ਜਿਹੜੀਆਂ ਤਿੰਨ ਜਿਹੜੀਆਂ ਬੀੜਾਂ ਦਾ ਜ਼ਿਕਰ ਕੀਤਾ ਹੈ ਇਹਨਾਂ ਦੇ ਵਿੱਚ ਮੌਲਿਕ ਬੀੜਾਂ ਦੇ ਵਿੱਚ ਫਰਕ ਕਿਵੇਂ ਆਇਆ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਮਿਲਦੇ ਹਾਂ। ਦਮ ਨਾਲ ਮਾਰਿਆ ਜਮ ਕੇ ਕਟਿਆ ਜੇ ਹਵਾਰ ਕਿਸੇ ਨਾ ਵੇਖਿਆ ਸੈਂਪਲਾਂ ਨੇ ਮੋਥੇ ਦਾ ਕੀਤਾ ਗੰਡਾ ਤੋਂ ਸਫਾਇਆ। ਗੰਨੇ ਦੀ ਫਸਲ ਦੇ ਨਾਲ ਮੱਕੇ ਦੀ ਫਸਲ ਵਿੱਚ ਵੀ ਵਰਤੋਂ ਕਰੋ। ਤੁਹਾਨੂੰ ਕਹਦਾ ਸੈਂਪਰਾ ਖਤਮ ਕਰੇ ਮੋਥਾ, ਮਿਹਨਤ ਘੱਟ ਮੁਨਾਫਾ ਮੋਟਾ। ਦੇਸ਼ ਦੇ ਕਿਸਾਨਾਂ ਦਾ ਵਿਸ਼ਵਾਸ ਧਨੂਕਾ। 6 ਰੁਪਏ ਵਿੱਚ 1 ਕਰੋੜ 1 ਕਰੋੜ 6 ਰੁਪਏ ਵਿੱਚ 6 ਰੁਪਏ ਵਿੱਚ 1 ਕਰੋੜ। ਹਾਂ ਸੱਚੀ ਖਰੀਦੋ ਡੀਅਰ ਸਾਪਤਾਹਿਕ ਲੋਟਰੀ ਸਿਰਫ 6 ਰੁਪਏ ਵਿੱਚ ਅਤੇ ਜਿੱਤੋ ਪਹਿਲਾ ਇਨਾਮ 1 ਕਰੋੜ ਰੁਪਏ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਗਾਤਾਰ ਤੁਹਾਨੂੰ ਵਿਸ਼ੇਸ਼ ਕਵਰੇਜ ਦਿਖਾ ਰਹੇ ਹਾਂ। ਅੱਜ ਪੰਥਕ ਇਕੱਠ ਇਸ ਮਹਾਨ ਤਖਤ ਦੇ ਉੱਪਰ ਸੱਦਿਆ ਗਿਆ ਹੈ ਤੇ ਮਸਲਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਛੇੜਛਾੜ ਦਾ। ਤਲਵਿੰਦਰ ਸਿੰਘ ਬੁੱਟਰ ਹੋਰੀ ਸਾਡੇ ਨਾਲ ਜੁੜੇ ਹੋਏ ਨੇ ਤੇ ਲਗਾਤਾਰ ਇਤਿਹਾਸ ਪਿਛੋਕੜ ਬਾਰੇ ਜਿਹੜਾ ਉਹਨਾਂ ਤੋਂ ਜਾਣਕਾਰੀ ਲੈ ਰਹੇ ਹਾਂ। ਬੁੱਟਰ ਸਾਹਿਬ, ਜਿਵੇਂ ਜ਼ਿਕਰ ਕਰ ਰਹੇ ਸੀ, ਅਸੀਂ ਗੱਲਬਾਤ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਤਿੰਨ ਬੀੜਾਂ ਤੇ ਇਹਨਾਂ ਜਿਹੜੀਆਂ ਤਿੰਨ ਬੀੜਾਂ ਦੇ ਵਿੱਚ ਮੌਲਿਕ ਜਿਹੜੇ ਫਰਕ ਜਿਹੜਾ ਉਹ ਕਿਵੇਂ ਆਉਂਦਾ ਹੈ, ਜਿਸ ਦਾ ਕਿਉਂਕਿ ਅੱਜ ਵੀ ਇਸੇ ਜਿਹੜੀ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਪੰਥਕ ਇਕੱਠ ਸੱਦਿਆ ਗਿਆ। ਹਾਂਜੀ ਪਰਮਜੀਤ ਜੀ, ਜਿਹੜੀ ਪਾਵਨ ਬੀੜ ਆ ਤਾਂ ਆਪਾਂ ਗੱਲ ਕੀਤਾ ਕਰਤਾਰਪੁਰੀ ਭਾਈ ਬੰਨੋ ਕੀ ਤੇ ਜਿਹੜੇ ਦਮਦਮੀ ਬੀੜ ਆ। ਹੁਣ ਸਮੇਂ ਦੇ ਨਾਲ ਉਦੋਂ ਲਿਖਾਰੀ ਜਿਹੜੇ ਸੀਗੇ ਉਹਨਾਂ ਨੇ ਤਿੰਨਾਂ ਪਾਵਨ ਬੀੜਾਂ ਦੇ ਵੱਖ-ਵੱਖ ਉਤਾਰੇ ਜਿਹੜੇ ਆ ਉਹ ਮਿਲਦੇ ਆ ਪੰਥ ਦੇ ਵਿੱਚ। ਕੁਝ ਪਾਵਨ ਬੀੜਾਂ ਜਿਹੜੀਆਂ ਆਪਣੀਆਂ ਹੱਥ ਲਿਖਤ ਪੁਰਾਤਨ ਸੀਗੀਆਂ ਇਤਿਹਾਸਕ, ਉਹ ਜਦੋਂ ਜੂਨ 1984 ਦੇ ਵਿੱਚ ਭਾਰਤੀ ਫੌਜ ਨੇ ਅਕਾਲ ਤਖਤ ਤੇ ਹਮਲਾ ਕੀਤਾ, ਉਦੋਂ ਜਿਹੜੀ ਆ ਉਹ ਕੁਝ ਬੀੜਾਂ ਜਿਹੜੀਆਂ ਉਹ ਆਖਿਆ ਜਾਂਦਾ ਕਿ ਉਹ ਅਗਨ ਭੇਟ ਹੋ ਗਈਆਂ ਸੀਗੀਆਂ, ਜਿਹਦੇ ਵਿੱਚ ਕੁਝ ਦੁਰਲੱਭ ਬੀੜਾਂ ਉਸ ਵੇਲੇ ਦੀਆਂ ਸੀ। ਜਿਹੜੀ ਜਿੱਥੋਂ ਤੱਕ ਫਰਕਾਂ ਦੀ ਗੱਲ ਆ ਤਾਂ ਜਿਹੜੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਆਪਣੀ ਇੱਕ ਪੁਸਤਕ ਆ ਗੁਰਬਾਣੀ ਪਾਠ ਦਰਸ਼ਨ, ਉਹਦੇ ਵਿੱਚ ਜ਼ਿਕਰ ਕਰਦੇ ਆ ਕਿ ਜਿਹੜੀ ਕਰਤਾਰਪੁਰੀ ਬੀੜ ਆ ਤੇ ਦਮਦਮੀ ਬੀੜ ਆ ਇਹਦੇ ਵਿੱਚ ਤਕਰੀਬਨ 1500 ਪਾਠ ਭੇਦ ਉਹ ਜਿਹੜੇ ਆ ਦੱਸਦੇ ਆ ਕਿ ਦੋਨਾਂ ਬੀੜਾਂ ਦੇ ਵਿੱਚ ਹੈਗੇ ਆ।
ਤੇ ਉਸ ਤੋਂ ਇਲਾਵਾ ਜਿਹੜਾ ਕਿਉਂਕਿ ਜਿਹੜੀ ਦਮਦਮੀ ਬੀੜ ਆ ਨਾ ਉਹਦੇ ਬਾਰੇ ਇਤਿਹਾਸ ਜਦੋਂ ਗੁਰਤਾ ਮਿਲਣ ਤੋਂ ਬਾਅਦ ਕੁਝ ਸਪਸ਼ਟ ਨਹੀਂ ਦੱਸਦਾ ਕਿ ਉਹ ਪਾਵਨ ਬੀੜ ਉਸ ਤੋਂ ਬਾਅਦ ਕਿੱਥੇ ਗਈ, ਪਰ ਕੁਝ ਇਤਿਹਾਸਕਾਰ ਇਹ ਮੰਨਦੇ ਕਿ ਉਹ ਪਾਵਨ ਬੀੜ ਦੁਬਾਰਾ ਜਿਹੜੀ ਆ ਉਹ ਸਿੰਘ ਲੈ ਕੇ ਪੰਜਾਬ ਚ ਆ ਗਏ ਸੀਗੇ ਜਦੋਂ ਵੱਡਾ ਘੱਲੂਘਾਰਾ ਕੋਪਰ ਹੀੜੇ ਹੋਇਆ ਤੇ ਉਸ ਵੇਲੇ ਉਹ ਪਾਵਨ ਬੀੜ ਪੰਥ ਦੇ ਹੱਥੋਂ ਜਾਂਦੀ ਰਹੀ ਜੰਗ ਯੁੱਧ ਦੇ ਵਿੱਚ, ਕਿਉਂਕਿ ਉੱਥੇ ਬਹੁਤ ਵੱਡੀ ਪੱਧਰ ਤੇ ਸਿੱਖਾਂ ਦਾ ਘਾਣ ਹੋਇਆ ਸੀਗਾ। ਤਾਂ ਕੁਝ ਇਤਿਹਾਸਕਾਰ ਇਹ ਮੰਨਦੇ ਆ, ਪਰ ਕੁਝ ਇਤਿਹਾਸਕਾਰ ਇਸ ਮੱਤ ਤੇ ਜਿਹੜੇ ਸਹਿਮਤ ਨਹੀਂ, ਉਹ ਚੁੱਪ ਨੇ ਕਿ ਉਹ ਨਾਂਦੇੜ ਤੋਂ ਬਾਅਦ ਉਸ ਪਾਵਨ ਬੀੜ ਬਾਰੇ ਜਿਹੜਾ ਕੁਝ ਸਪਸ਼ਟ ਨਹੀਂ ਹੈਗਾ ਵੀ ਉਹ ਕਿੱਥੇ ਆ। ਪਰ ਜਿਹੜੀ ਜਿੱਥੋਂ ਤੱਕ ਪਾਠ ਭੇਦਾਂ ਦੇ ਜਾਂ ਲਗਾ ਮਾਤਰਾਵਾਂ ਦੇ ਫਰਕ ਦੀ ਗੱਲ ਆਪਾਂ ਕਰਦੇ ਆ ਤਾਂ ਉਹਦੇ ਬਾਰੇ ਇਹ ਗੱਲ ਆ ਕਿ ਪਾਵਨ ਬੀੜਾਂ ਦੇ ਜਦੋਂ ਉਸ ਵੇਲੇ, ਕਿਉਂਕਿ ਜਦੋਂ ਆਪਾਂ ਹੱਥ ਲਿਖਤ ਉਤਾਰਾ ਕਰਦੇ ਆ ਸਹਿਵਣਾ ਕਿ ਕਿਤੇ ਨਾ ਕਿਤੇ ਕੁਝ ਨਾ ਕੁਝ ਲਗਾ ਮਾਤਰਾ ਦੇ ਪੱਖ ਤੋਂ, ਕਿਤੇ ਪਾਠ ਭੇਦ ਦੇ ਪੱਖ ਤੋਂ ਕਿਤੇ ਨਾ ਕਿਤੇ ਕੋਈ ਨਾ ਕੁਝ ਜਿਹੜੀ ਉਕਾਈ ਰਹਿਣੀ ਜਿਹੜੀ ਸੁਭਾਵਕ ਆ ਉਹ ਰਹਿ ਜਾਂਦੀਆਂ। ਪਰ ਇਹਦੇ ਬਾਰੇ ਪੰਥ ਜਿਹੜਾ ਵਾ ਸਮੇਂ-ਸਮੇਂ ਤੇ ਜਿਹੜਾ ਉਹ ਆਪਣਾ ਜਿਹੜਾ ਇੱਕ ਸਟੈਂਡਰਡ ਜਿਹੜਾ ਪਾਵਨ ਸਰੂਪ ਦਾ ਜਿਹੜਾ ਇੱਕ ਖਰੜਾ ਆ ਉਹਦੇ ਬਾਰੇ ਕੁਝ ਜਿਹੜਾ ਫੈਸਲੇ ਲੈਂਦਾ ਰਿਹਾ। ਜਿਵੇਂ ਕਿ ਆਪਾਂ ਗੱਲ ਕਰੀਏ ਕਿ ਜਦੋਂ ਛਪਾਈ ਸ਼ੁਰੂ ਹੋਈ ਆ ਉਸ ਵੇਲੇ ਵੀ ਪਾਵਨ ਬੀੜ ਜਿਹੜੀ ਦਮਦਮੀ ਬੀੜ ਤੇ ਕਰਤਾਰਪੁਰੀ ਬੀੜ ਆ ਦੋਨਾਂ ਦਾ ਮਿਲਾਨ ਕਰਕੇ ਉਹਨਾਂ ਦੀ ਸੁਧਾਈ ਨਵਾਂ ਜਿਹੜਾ ਸੋਧਿਆ ਹੋਇਆ ਇੱਕ ਜਿਹੜਾ ਉਹ ਨਵਾਂ ਸਰੂਪ ਜਿਹੜਾ ਸੀਗਾ ਦੋਨਾਂ ਦੇ ਮਿਲਾਨ ਕਰਕੇ ਜਿਹੜਾ ਉਹ ਤਿਆਰ ਕੀਤਾ ਗਿਆ ਸੀਗਾ। ਇਸ ਕਰਕੇ ਸਮੇਂ-ਸਮੇਂ ਤੇ ਜਿਹੜੀਆਂ ਪਾਵਨ ਬੀੜਾਂ ਦੇ ਵਿੱਚ ਹੱਥ ਲਿਖਤ ਰੂਪ ਦੇ ਵਿੱਚ ਜਿਹੜੇ ਥੋੜੀਆਂ ਕੁਝ ਉਕਾਈਆਂ ਸਾਹਮਣੇ ਆਉਂਦੀਆਂ ਰਹੀਆਂ ਉਹਦੇ ਬਾਰੇ ਫੈਸਲੇ ਵੀ ਲਏ ਜਾਂਦੇ ਰਹੇ। ਸੋ ਲਗਾਤਾਰ ਜੁੜੇ ਹੋਏ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ। ਵੇਲਾ ਹੋ ਚਲੇ ਇੱਕ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਨਾਲ ਛੇੜਛਾੜ, ਗੁਰਬਾਣੀ ਦੇ ਵਿੱਚ ਵਾਧੂ ਲਗਾ ਮਾਤਰਾਵਾਂ ਲਗਾ ਕੇ ਜਿਹੜੀ ਛੇੜਛਾੜ ਕੀਤੀ ਹੈ ਉਸ ਤੇ ਜਿਹੜੇ ਗੰਭੀਰ ਮਸਲੇ ਤੇ ਅੱਜ ਪੰਥਕ ਇਕੱਠ ਹੈ। ਤਲਵਿੰਦਰ ਸਿੰਘ ਬੁੱਟਰ ਹੋਰਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਬੁੱਟਰ ਸਾਹਿਬ, ਜਿਵੇਂ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੀ ਸ਼ੁਰੂਆਤ, ਤੇ ਆਪਾਂ ਗੱਲਬਾਤ ਦੇ ਵਿੱਚ ਵੀ ਤੁਸੀਂ ਵੀ ਜ਼ਿਕਰ ਕੀਤਾ ਕਿ ਜਿੰਨੇ ਵੀ ਸਰੂਪ ਜਿਹੜੇ ਨੇ ਹੱਥ ਲਿਖਤ ਸੀ ਉਹ ਲੜੀਵਾਰ ਸੀ। ਸੋ ਸਭ ਤੋਂ ਪਹਿਲਾ ਸਵਾਲ ਤਾਂ ਇਹ ਕਿ ਇਹ ਲੜੀਵਾਰ ਜਿਹੜੇ ਸਰੂਪ ਨੇ ਇਹਨਾਂ ਦੀ ਛਪਾਈ ਦਾ ਕਾਰਜ ਕਿਵੇਂ ਸ਼ੁਰੂ ਹੋਇਆ, ਤੇ ਇਸ ਤੋਂ ਬਾਅਦ ਅੱਜ ਬਹੁਤਾਤ ਗਿਣਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਪਦਛੇਦ ਜਿਹੜੇ ਨੇ ਉਹ ਮਿਲਦੇ ਨੇ। ਜਦੋਂ ਗੁਰੂ ਸਾਹਿਬ ਨੇ ਖੁਦ ਜਿਹੜੀ ਬਾਣੀ ਹੈ ਉਹ ਲੜੀਵਾਰ ਲਿਖੀ ਤੇ ਪਦਛੇਦ ਰੂਪ ਦੇ ਵਿੱਚ ਕਿਵੇਂ ਜਿਹੜਾ ਇਹ ਆਈ, ਤੇ ਅੱਜ ਵੀ ਇਸ ਨੂੰ ਜਿਹੜਾ ਬਹੁਤਾਤ ਗਿਣਤੀ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਉਹ ਪਦਛੇਦ ਹੀ ਛਾਪੇ ਜਾ ਰਹੇ ਨੇ। ਪਰਮਜੀਤ ਜੀ, ਜਿਹੜੀ ਜਦੋਂ ਪਹਿਲਾਂ ਤੇ ਆਪਾਂ ਜ਼ਿਕਰ ਕੀਤਾ ਕਿ ਗੁਰੂ ਸਾਹਿਬ ਦੇ ਵੇਲੇ ਹੱਥ ਲਿਖਤ ਸਰੂਪ ਲੜੀਵਾਰ ਰੂਪ 'ਚ ਲਿਖੇ ਜਾਂਦੇ ਸੀ, ਤੇ ਜਦੋਂ 1860 ਦੇ ਵਿੱਚ ਜਿਹੜਾ ਜ਼ਿਕਰ ਮਿਲਦਾ ਨਾ ਲਿਖਤੀ ਤੌਰ ਤੇ 1860 ਦੇ ਵਿੱਚ ਜਿਹੜਾ ਲਾਹੌਰ ਨਿਵਾਸੀ ਇੱਕ ਸ਼ਾਹੂਕਾਰ ਸੀਗੇ ਜਿਹੜੇ ਗੁਰੂ ਘਰ ਦੇ ਬੜੇ ਸ਼ਰਧਾਵਾਨ ਸੀ, ਲਾਲਾ ਹਰਸੁਖਰਾਏ, ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੰਥ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਮੈਂ ਜਿਹੜਾ ਹੁਣ ਛਾਪੇਖਾਨੇ ਉਦੋਂ ਨਵੇਂ ਚੱਲੇ ਸੀ, ਪੱਥਰ ਨਾਲ ਉਦੋਂ ਤਿਆਰ ਹੁੰਦੇ ਸੀਗੇ ਛਾਪੇਖਾਨੇ, ਪੱਥਰਾਂ ਦੇ ਅੱਖਰਾਂ ਦੀ ਜਿਹੜੀ ਉਹ ਬਣਤਰ ਬਣਾ ਕੇ। ਤਾਂ ਉਹਨਾਂ ਨੇ ਪੰਥ ਦੇ ਕੋਲ ਆ ਕੇ ਬੇਨਤੀ ਅਰਜ਼ੋਈ ਕੀਤੀ ਕਿ ਮੈਂ ਜਿਹੜਾ ਪਾਵਨ ਸਰੂਪ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਛਾਪੇਖਾਨੇ 'ਚ ਛਾਪਣਾ ਚਾਹੁੰਦਾ ਆ। ਤੇ ਉਸ ਵੇਲੇ ਤੱਕ ਨਾ ਪੰਥ ਦੇ ਵਿੱਚ ਜਿਹੜੇ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤਿੰਨੇ ਤਰ੍ਹਾਂ ਦੇ ਚੱਲਦੇ ਸੀਗੇ ਹੱਥ ਲਿਖਤ, ਜਿਵੇਂ ਕਰਤਾਰਪੁਰੀ ਬੀੜ ਦੇ ਵੀ ਉਤਾਰੇ ਹੈਗੇ ਸੀਗੇ ਪੰਥ 'ਚ, ਤੇ ਭਾਈ ਬੰਨੋ ਕੀ ਬੀੜ ਦੇ ਵੀ ਸੀ ਤੇ ਦਮਦਮੀ ਬੀੜ ਦੇ ਵੀ ਸੀਗੇ। ਪਰ ਇੱਕ ਗੱਲ ਤੇ ਸਪਸ਼ਟ ਸੀਗੀ ਕਿ ਗੁਰਾਈ ਜਿਹੜੀ ਆ ਉਹ ਦਮਦਮੀ ਬੀੜ ਨੂੰ ਹੀ ਮਿਲੀ ਸੀਗੀ। ਤਾਂ ਉਹਨੇ ਫਿਰ ਵੀ ਪੰਥ ਦੇ ਕੋਲ ਆ ਕੇ ਇੱਕ ਜਿਹੜਾ ਉਹ ਸਪਸ਼ਟ ਜਿਹੜਾ ਉਹ ਮਤਲਬ ਨਿਰਦੇਸ਼ ਲੈਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਮੈਂ ਕਿਹੜੀ ਬੀੜ ਛਾਪਾਂ ਤਿੰਨਾਂ ਚੋਂ। ਤਾਂ ਕੁਝ ਇਤਿਹਾਸਕਾਰ ਇਹ ਗੱਲ ਲਿਖਦੇ, ਕੁਝ ਇਹਦੇ ਨਾਲ ਇਸ ਮਤ ਨਾਲ ਸਹਿਮਤ ਨਹੀਂ, ਪਰ ਜਿਹੜਾ ਕੁਝ ਲਿਖਦੇ ਆ ਉਹ ਹੀ ਲਿਖਦੇ ਆ ਕਿ ਲਾਲਾ ਹਰਸੁਖਰਾਏ ਦੀ ਬੇਨਤੀ ਦੇ ਉੱਤੇ ਪੰਥ ਦਾ ਇਕੱਠ ਹੋਇਆ ਅਕਾਲ ਤਖਤ ਸਾਹਿਬ ਤੇ ਇਹ ਫੈਸਲਾ ਲਿਆ ਗਿਆ ਕਿ 3 ਪਰਚੀਆਂ ਪਾਈਆਂ ਜਾਣ, ਇੱਕ ਤਿੰਨਾਂ ਬੀੜਾਂ ਦੇ ਉਹਨਾਂ ਤੇ ਨਾਂ ਲਿਖੇ ਜਾਣ, ਤੇ ਸ੍ਰੀ ਹਰਿਮੰਦਰ ਸਾਹਿਬ 'ਚ ਜਿਹੜਾ ਅਰਦਾਸ ਕਰਕੇ ਉਸ ਤੋਂ ਬਾਅਦ ਹਰ ਕੀ ਪੌੜੀ 'ਚ ਉਹ ਜਿਹੜੀਆਂ ਪਰਚੀਆਂ ਜਲ ਪ੍ਰਵਾਹ ਕੀਤੀਆਂ ਜਾਣ, ਤੇ ਜਿਹੜੀ ਬੀੜ ਦੀ ਪਰਚੀ ਤੈਰ ਕੇ ਉੱਪਰ ਆ ਗਈ ਉਸ ਬੀੜ ਦਾ ਜਿਹੜਾ ਵਾ ਉਹ ਕਰ ਲਿਆ ਜਾਵੇ ਛਾਪੇਖਾਨੇ 'ਚ, ਉਹਨੂੰ ਛਪਾ ਲਿਆ ਜਾਵੇ। ਤਾਂ ਉਹ ਕਿਹਾ ਜਾਂਦਾ ਕਿ ਉਹ ਜਿਹੜੀ ਦਮਦਮੀ ਬੀੜ ਦੀ ਜਿਹੜੀ ਪਰਚੀ ਉੱਪਰ ਆ ਗਈ ਸੀ। ਸੋ ਉਸ ਤੋਂ ਬਾਅਦ ਫਿਰ ਦਮਦਮੀ ਬੀੜ ਛਪਵਾਉਣ ਦਾ ਪੰਥ ਨੇ ਫੈਸਲਾ ਲਿਆ। ਲਾਲਾ ਹਰਸੁਖਰਾਏ ਨੇ ਜਿਹੜਾ ਲਾਹੌਰ ਦਾ ਜਿਹੜਾ ਇੱਕ ਕੋਹੇ ਨੂਰ ਜੰਤਰਾਲੇ ਸੀਗਾ, ਜਿਹੜੀ ਪ੍ਰੈਸ ਦਾ ਨਾਂ ਸੀਗਾ, ਉਥੋਂ 1864 ਦੇ ਵਿੱਚ ਪਹਿਲਾ ਜਿਹੜਾ ਪੱਥਰ ਦੇ ਛਾਪੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਛਪਿਆ। ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰੀਏ ਕਿ
ਆਪਣਾ ਪਾਤਸ਼ਾਹੀ ਸਰੂਪ ਦੀ। ਤਾਂ ਪਾਤਸ਼ਾਹੀ ਸਰੂਪ ਬਾਰੇ ਇਹ ਆਖਿਆ ਜਾਂਦਾ ਕਿ 1920-25 ਦੇ ਆਸ-ਪਾਸ ਜਿਹੜਾ ਵਾ ਉਹ ਪਹਿਲੀ ਵਾਰ ਜਿਹੜਾ ਪਾਤਸ਼ਾਹੀ ਸਰੂਪ ਪ੍ਰਿੰਟਿੰਗ ਪ੍ਰੈਸ 'ਚ ਛਪਿਆ, ਕਿਉਂਕਿ ਸੁਭਾਵਕ ਹੈ ਜਦੋਂ ਪ੍ਰਿੰਟਿੰਗ ਪ੍ਰੈਸਾਂ ਦਾ ਦੌਰ ਸ਼ੁਰੂ ਹੋਇਆ, ਵਪਾਰਕ ਜਿਹੜੇ ਲੋਕ ਸੀਗੇ ਉਹ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਲਈ ਅੱਗੇ ਆਉਣ ਲੱਗੇ। ਤਾਂ ਉਹਨਾਂ ਨੇ ਹੋ ਸਕਦਾ ਕਿ ਲੋਕਾਂ ਦੀ ਸਹੂਲਤ ਦੇ ਲਈ ਜਿਹੜੀ ਪਾਤਸ਼ਾਹੀ ਸਰੂਪ ਛਾਪਿਆ ਹੋਵੇ। ਪਰ 1945 ਦੇ ਵਿੱਚ ਚੀਫ ਖਾਲਸਾ ਦੀਵਾਨ ਤੇ 1950 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਤਸ਼ਾਹੀ ਸਰੂਪ ਦਾ ਵਿਰੋਧ ਕੀਤਾ ਤੇ ਇਹਨੂੰ ਮਾਨਵਤ ਕਰਾਰ ਦਿੱਤਾ ਸੀਗਾ। ਸੋ ਲਗਾਤਾਰ ਅਕਾਲ ਤਖਤ ਸਾਹਿਬ ਤੋਂ ਅੱਜ ਦੀ ਵਿਸ਼ੇਸ਼ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਨਾਲ ਜੋ ਗੁਰਬਾਣੀ ਦੇ ਨਾਲ ਛੇੜਛਾੜ ਹੋਈ ਉਸ ਦੇ ਸੰਬੰਧੀ ਪੰਥਕ ਇਕੱਠ ਹੈ। ਸੋ ਲਗਾਤਾਰ ਇਸ ਵਿਸ਼ੇਸ਼ ਕਵਰੇਜ ਦੇ ਲਈ ਜੁੜਨ ਦੇ ਲਈ ABP ਸਾਂਝਾ ਦੇ ਨਾਲ ਜੁੜੇ ਰਹੋ। ਕੈਮਰਾ ਪਰਸਨ ਸਿਕੰਦਰ ਨਾਲ ਪਰਮਜੀਤ ਸਿੰਘ, ABP ਸਾਂਝਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ।